ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਐਂਕਰ ਕੋਮਲ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਸੇਂਟ ਸੋਲਜਰ ਟਾਈਮਸ। ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਤੁਹਾਡਾ ਕੋਈ ਨਾ ਕੋਈ ਚਾਨਣ ਮੁਨਾਰ ਹੁੰਦਾ ਹੈ ਤੇ ਵਾਕਈ ਜੋ ਚਾਨਣ ਮੁਨਾਰ ਸਾਹਮਣੇ ਪੈ ਜਾਂਦਾ ਹੈ ਤੇ ਬੰਦਾ ਦੇਖ ਕੇ ਕਹਿੰਦਾ ਹੈ ਕਿ ਅੱਜ ਅਸੀਂ ਉਹਨਾਂ ਦੇ ਨਾਲ ਕੁਝ ਗੱਲਾਂ ਕਰਨੀਆਂ ਤੇ ਅੱਜ ਤੁਹਾਡੇ ਰੂਬਰੂ ਕਰਾ ਰਹੇ ਹਾਂ ਜੀ ਸਿਰਮੌਰ ਕਲਮਾਂ ਦੇ ਧਨੀ, ਜਿਨ੍ਹਾਂ ਨੇ ਵਾਕਈ ਆਪਣਾ ਤੇ ਆਪਣੇ ਪਰਿਵਾਰ ਦਾ ਪੂਰੇ ਆਵਾਮ ਦੇ ਵਿੱਚ ਇੱਕ ਇਸ ਤਰ੍ਹਾਂ ਨਾਮ ਬਣਾਇਆ ਹੈ ਕਿ ਸਾਰੀ ਦੁਨੀਆ ਉਹਨਾਂ ਨੂੰ ਪੜ੍ਹਦੀ ਹੈ ਤੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੀ ਹੈ। ਗੱਲਬਾਤ ਕਰਾਉਂਦੇ ਹਾਂ ਜੀ ਸਰਦਾਰ ਲਖਵਿੰਦਰ ਸਿੰਘ ਜੌਲ। ਸਰਦਾਰ ਲਖਵਿੰਦਰ ਸਿੰਘ ਜੌਲ ਜੀ, ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਮਿਹਰਬਾਨੀ ਜੀ। ਸਰ, ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਕੋਈ ਕਵਿਤਾ ਸੁਣਾਂਗੇ, ਫਿਰ ਬਾਕੀ ਦੀਆਂ ਗੱਲਾਂ ਕਰਾਂਗੇ ਬਾਅਦ ਵਿੱਚ। ਉਹ ਜੀ ਕਵਿਤਾ ਮੈਂ ਤੁਹਾਨੂੰ ਸੁਣਾ ਰਿਹਾ, ਦੇਸ਼ ਦੀ ਮਿੱਟੀ। ਮੈਂ ਇਸ ਦੇਸ਼ ਦੀ ਮਿੱਟੀ ਹਾਂ, ਮੈਨੂੰ ਜੀ ਭਰ ਕੇ ਰੋਣ ਦਿਓ। ਮੇਰੀ ਰੂਹ ਤੇ ਲੱਗੇ ਜ਼ਖਮਾਂ ਨੂੰ ਅੱਜ ਅਥਰੂ ਅਥਰੂ ਹੋਣ ਦਿਓ। ਉਹ ਗੁਜ਼ਰੇ ਵਕਤ ਨਿਹਾਰਾਂ ਮੈਂ, ਜਦ ਖੁਸ਼ਬੂ ਚਾਰ ਚਫੇਰੇ ਸੀ। ਨਾ ਜਾਤ ਪਾਤ ਦਾ ਪਾੜਾ ਸੀ, ਨਾ ਨਫ਼ਰਤ ਪਾਉਂਦੀ ਘੇਰੇ ਸੀ। ਉਹ ਗੁਜ਼ਰੇ ਵਕਤ ਨਿਹਾਰਾਂ ਮੈਂ, ਜਦ ਖੁਸ਼ਬੂ ਚਾਰ ਚਫੇਰੇ ਸੀ। ਨਾ ਜਾਤ ਧਰਮ ਦਾ ਪਾੜਾ ਸੀ, ਨਾ ਨਫ਼ਰਤ ਪਾਉਂਦੀ ਘੇਰੇ ਸੀ। ਸਮਿਆਂ ਦੇ ਪਾਏ ਦਾਗਾਂ ਨੂੰ ਅੱਜ ਨਿਰਮਲ ਪਾਣੀ ਧੋਣ ਦਿਓ। ਮੈਂ ਇਸ ਦੇਸ਼ ਦੀ ਮਿੱਟੀ ਹਾਂ, ਮੈਨੂੰ ਅਥਰੂ ਅਥਰੂ ਰੋਣ ਦਿਓ। ਅੱਜ ਮਾਨਵਤਾ ਦੇ ਮੱਥੇ ਤੇ ਕਾਲਖ ਦੇ ਧੱਬੇ ਗਹਿਰੇ ਨੇ। ਕਿਉਂ ਖਾਣ ਪੀਣ ਤੇ ਪਹਿਨਣ ਤੇ ਸੋਚਣ ਤੇ ਲੱਗੇ ਪਹਿਰੇ ਨੇ। ਇਸ ਮੈਲੀ ਹੋ ਗਈ ਮਾਲਾ ਵਿੱਚ ਕੁਝ ਮੋਤੀ ਨਵੇਂ ਪਰੋਣ ਦਿਓ। ਮੈਂ ਇਸ ਦੇਸ਼ ਦੀ ਮਿੱਟੀ ਹਾਂ, ਮੈਨੂੰ ਅਥਰੂ ਅਥਰੂ ਰੋਣ ਦਿਓ। ਉੱਤਰ ਤੋਂ ਦੱਖਣ ਤੀਕ ਜਦੋਂ ਮੇਰੇ ਦਿਲ ਦਾ ਖੁੱਲ੍ਹਾ ਵਿਹੜਾ ਸੀ। ਧਰਤੀ ਤੋਂ ਅੰਬਰ ਤੀਕ ਜਦੋਂ ਰੌਣਕ ਸੀ, ਖੁਸ਼ੀਆਂ ਖੇੜਾ ਸੀ। ਅੱਖਾਂ ਵਿੱਚ ਸਾਂਭ ਨਜ਼ਾਰੇ ਨੂੰ ਦੋ ਘੜੀਆਂ ਚੁੱਪ ਖਲੋਣ ਦਿਓ। ਮੈਂ ਇਸ ਦੇਸ਼ ਦੀ ਮਿੱਟੀ ਹਾਂ, ਮੈਨੂੰ ਅਥਰੂ ਅਥਰੂ ਰੋਣ ਦਿਓ। ਕਿਆ ਬਾਤ ਹੈ, ਬਹੁਤ ਹੀ ਖੂਬ ਲਿਖਿਆ। ਸਰ, ਜ਼ਿੰਦਗੀ ਵਿੱਚ ਕਦੀ ਨਾ ਕਦੀ ਮਿਰਕਲ ਹੋ ਜਾਂਦੇ ਆ। ਤੁਹਾਡੀ ਲਾਈਫ 'ਚ ਕਦੀ ਇੱਦਾਂ ਦਾ ਕੋਈ ਚਮਤਕਾਰ ਹੋਇਆ ਕਿ ਤੁਹਾਨੂੰ ਲੱਗੇ ਕਿ ਹਾਂ ਕਿ ਮੈਂ ਇੰਨੀ ਉਚਾਈ ਤੱਕ ਜਾਵਾਂਗਾ ਤੇ ਲੋਕ ਮੇਰੇ ਦੱਸੇ ਹੋਏ ਨਕਸ਼ੇ ਕਦਮ ਤੇ ਚੱਲਣਗੇ? ਦੇਖੋ, ਮੇਰੀ ਇਹ ਪੱਕੀ ਧਾਰਨਾ ਹੈ ਕਿ ਚਮਤਕਾਰ ਕਦੇ ਨਹੀਂ ਹੁੰਦੇ ਔਰ ਹਮੇਸ਼ਾ ਇੱਕ ਸਫ਼ਰ ਹੁੰਦਾ ਹੈ। ਮੰਜ਼ਿਲ ਵੀ ਅਸਲ 'ਚ ਕਦੇ ਨਹੀਂ ਹੁੰਦੀ। ਜਦੋਂ ਅਸੀਂ ਸਫ਼ਰ ਨੂੰ ਹੀ ਮੰਜ਼ਿਲ ਸਮਝ ਲਈਏ, ਉਹੀ ਤੁਹਾਡੀ ਸਫਲਤਾ ਹੁੰਦੀ ਹੈ। ਇਹ ਮੇਰੀ ਪੱਕੀ ਧਾਰਨਾ ਹੈ ਕਿ ਅਸੀਂ ਮੰਜ਼ਿਲ ਪਾਉਂਦੇ ਪਾਉਂਦੇ ਕਈ ਵਾਰੀ ਸਫ਼ਰ ਤੋਂ ਵੀ ਬਿਰਬੇ ਹੋ ਜਾਂਦੇ ਆ ਔਰ ਉਸ ਸਫ਼ਰ 'ਤੇ ਵੀ ਉਸ ਤਰ੍ਹਾਂ ਕਦਮ ਅੱਗੇ ਨਹੀਂ ਵਧਾ ਸਕਦੇ ਜਿਸ ਤਰ੍ਹਾਂ ਅਸੀਂ, ਕਿਉਂਕਿ ਮੰਜ਼ਿਲ ਦਾ ਹਮੇਸ਼ਾ ਜਿਹੜਾ ਨਾ ਕਿ ਮੈਂ ਕਦੇ ਜਿਹੜਾ ਮੇਰੀ ਇੱਕ ਕਵਿਤਾ ਹੈ, ਹੁਣ ਮੈਨੂੰ ਪੂਰੀ ਤਰ੍ਹਾਂ ਯਾਦ ਤਾਂ ਨਹੀਂ ਆ ਰਹੀ ਕਿ ਉਹ ਕਵਿਤਾ ਕਿਵੇਂ ਸੀ। ਉਹ ਇਹ ਹੈ ਕਿ ਮੰਜ਼ਿਲ 'ਤੇ ਪਹੁੰਚਦੇ ਪਹੁੰਚਦੇ ਮਤਲਬ ਉਹ ਭਰਮ ਜਿਹੜਾ ਮੰਜ਼ਿਲ ਇੱਕ ਮਿਰਗ ਤ੍ਰਿਸ਼ਨਾ ਵਾਂਗ ਹੁੰਦੀ ਹੈ। ਜਿਹਨੂੰ ਤੁਸੀਂ ਮੰਜ਼ਿਲ ਸਮਝਦੇ ਆ, ਉਹ ਜਦੋਂ ਤੁਸੀਂ ਉਸ ਮੰਜ਼ਿਲ ਤੱਕ ਪਹੁੰਚਦੇ ਆ ਤੇ ਉਦੋਂ ਉਹ ਅਸਲ ਵਿੱਚ ਉਸ ਤਰ੍ਹਾਂ ਦੀ ਨਹੀਂ ਰਹਿੰਦੀ। ਉਹ ਇੱਕ ਖਿਆਲ ਹੁੰਦਾ ਤੁਹਾਡਾ ਔਰ ਮੰਜ਼ਿਲ ਹਮੇਸ਼ਾ ਹੀ ਜਿਹੜਾ ਇੱਕ ਖਿਆਲ ਹੁੰਦਾ ਤੇ ਸਫ਼ਰ ਜਿਹੜਾ ਉਹ ਹਮੇਸ਼ਾ ਯਥਾਰਥ ਹੁੰਦਾ। ਤੇ ਅਸੀਂ ਜਦੋਂ ਯਥਾਰਥ ਨੂੰ ਮੰਨਦੇ ਆ, ਜਦੋਂ ਜ਼ਿੰਦਗੀ ਦੀ ਸੱਚਾਈ ਨੂੰ ਮੰਨਦੇ ਆ, ਸੱਚ ਨੂੰ ਸਾਹਮਣੇ ਰੱਖਦੇ ਆ ਤੇ ਅਸੀਂ ਸਮਝੋ ਕਿ ਸਫਲਤਾ ਪਾ ਲੈਂਦੇ ਆ। ਉਹੀ ਸਾਡੀ ਮੰਜ਼ਿਲ ਹੁੰਦੀ ਹੈ। ਸੋ ਹਮੇਸ਼ਾ ਜਦੋਂ ਅਸੀਂ ਕਿਸੇ ਸੀਨੀਅਰ ਪਰਸਨ ਨਾਲ ਗੱਲ ਕਰਦੇ ਹਾਂ ਤੇ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ। ਅਕਸਰ ਅਸੀਂ ਸੋਚਦੇ ਹਾਂ ਕਿ ਸ਼ਾਇਦ ਸਾਡੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਚਮਤਕਾਰ ਹੋਏਗਾ ਤੇ ਸ਼ਾਇਦ ਅਸੀਂ ਵੀ ਉਹ ਚੀਜ਼ਾਂ ਪਾ ਲਵਾਂਗੇ, ਪਰ ਨਹੀਂ। ਉਹਨਾਂ ਦਾ ਕਹਿਣਾ ਇਹ ਹੈ ਕਿ ਤੁਸੀਂ ਜ਼ਿੰਦਗੀ ਵਿੱਚ ਮਿਹਨਤ ਕਰੋ ਤੇ ਹਮੇਸ਼ਾ ਸਫਲ ਹੋਵੋਗੇ। ਬਹੁਤ ਸਾਰੀਆਂ ਕਵਿਤਾਵਾਂ ਨੇ ਉਹਨਾਂ ਦੀਆਂ ਜਿਨ੍ਹਾਂ ਦੇ ਕੋਲ ਕੁਝ ਸਿੱਖਣ ਨੂੰ ਮਿਲਦਾ ਹੈ, ਜੋ ਸਾਨੂੰ ਕਹਿੰਦੀਆਂ ਨੇ ਕਿ ਇਹ ਤੁਹਾਡਾ ਮਾਰਗਦਰਸ਼ਨ ਹੈ, ਇਸ ਨੂੰ ਪੜ੍ਹੋ। ਇਸ ਲਈ ਕਹਿੰਦੇ ਨੇ ਕਿ ਹਮੇਸ਼ਾ ਕਿਤਾਬਾਂ ਆਪਣੇ ਘਰ ਜ਼ਰੂਰ ਰੱਖੋ, ਕਿਤਾਬਾਂ ਪੜ੍ਹੋ। ਕਿਤਾਬਾਂ ਤੁਹਾਨੂੰ ਬਹੁਤ ਕੁਝ ਸਿਖਾਉਂਦੀਆਂ ਨੇ। ਸਰ, ਹੁਣ ਤੱਕ ਕਿੰਨਾ ਸਮਾਂ ਹੋ ਗਿਆ ਇਹਨਾਂ ਕਿਤਾਬਾਂ ਦੇ ਨਾਲ ਤੁਹਾਨੂੰ ਜੁੜਿਆ ਹੋਇਆ? ਦੇਖੋ, ਗੱਲ ਇਹ ਕਿ ਮੈਂ ਕਾਲਜ ਸਮੇਂ ਤੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਕਵਿਤਾ ਜਦੋਂ ਮੇਰੀ ਪਹਿਲੀ ਕਵਿਤਾ ਮੇਰੇ ਕਾਲਜ ਮੈਗਜ਼ੀਨ ਦੇ ਵਿੱਚ ਛਪੀ ਸੀ। ਮੇਰਾ ਕਾਲਜ ਸੀ ਉਸ ਵੇਲੇ ਤਾਂ ਉਹ ਰਿਪਬਲਿਕ ਕਾਲਜ ਸੀ, ਪ੍ਰਾਈਵੇਟ ਕਾਲਜ ਸੀ। ਅੱਜ ਕੱਲ੍ਹ ਉਹ ਯੂਨੀਵਰਸਿਟੀ ਕਾਲਜ ਹੈ, ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ। ਜੰਡਿਆਲਾ ਇੱਥੋਂ ਜਲੰਧਰ ਤੋਂ 18 ਕਿਲੋਮੀਟਰ ਦੂਰ ਨੂਰਮਹਿਲ ਵਾਲੇ ਪਾਸੇ ਇੱਕ ਪਿੰਡ ਹੈ। ਉਸ ਪਿੰਡ ਦਾ ਆਪਣਾ ਇੱਕ ਸ਼ਾਨਦਾਰ ਪਿਛੋਕੜ ਹੈ। ਉਹ ਗਦਰੀ ਬਾਬਿਆਂ ਦਾ ਪਿੰਡ ਹੈ। ਉੱਥੇ ਬਾਬਾ ਲਾਲ ਸਿੰਘ, ਬਾਬਾ ਬਰਿਆਮ ਸਿੰਘ ਤੇ ਜਿਹੜਾ ਉਸ ਤੋਂ ਬਿਨਾਂ ਜਿਹੜੇ ਉਹ ਹੋਰ ਬਹੁਤ ਸਾਰੇ ਉਹ ਆਗੂ ਪੈਦਾ ਹੋਏ ਨੇ ਉਸ ਪਿੰਡ ਦੇ ਵਿੱਚ, ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਦੇ ਸੁਪਨੇ ਲਏ, ਉਹਦੇ ਲਈ ਸੰਘਰਸ਼ ਕੀਤਾ ਔਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਸ ਮਿੱਟੀ ਦੇ ਵਿੱਚ ਮੈਂ ਜਿਹੜਾ ਉਹ ਵਧਿਆ ਫੁੱਲਿਆ, ਜਨਮ ਲਿਆ। ਤੇ ਜਦੋਂ ਮੈਂ ਕਾਲਜ ਦੇ ਵਿੱਚ ਗਿਆ ਤੇ ਕਾਲਜ ਦੇ ਵਿੱਚ ਮੇਰੇ ਕਾਲਜ ਦੇ ਜਦੋਂ ਮੈਂ ਦਾਖਲਾ ਲਿਆ, ਉੱਥੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਪ੍ਰਿੰਸੀਪਲ ਸੀ, ਜਿਹੜੇ ਪੰਜਾਬੀ ਸਾਹਿਤ ਦੇ ਬਾਬਾ ਬੋਰਡ ਨੇ, ਤੇ ਰਘਵੀਰ ਸਿੰਘ ਸਰਜਣਾ ਜਿਹਨਾਂ ਨੂੰ ਸਾਰੇ ਲੋਕ ਜਾਣਦੇ ਨੇ, ਔਰ ਉਹ ਮੇਰੇ ਪੰਜਾਬੀ ਦੇ
ਅਧਿਆਪਕ ਸੀਗੇ। ਤੇ ਜਦੋਂ ਤੱਕ ਮੈਂ BA ਪਾਰਟ 1 ਚ ਪੜ੍ਹਦਾ ਸੀਗਾ ਉਦੋਂ ਤੱਕ ਵੀ ਮੇਰੀ ਬਹੁਤ ਸੁੰਦਰ ਹੈਂਡ ਰਾਈਟਿੰਗ ਹੈ, ਲਿਖਾਈ ਆ ਅੱਜ ਕੱਲ੍ਹ ਪੰਜਾਬੀ ਦੇ ਵਿੱਚ। ਲੇਕਿਨ ਮੈਂ BA ਪਾਰਟ 1 ਦੇ ਵਿੱਚ ਪੜ੍ਹਦਿਆਂ ਪ੍ਰੋਫੈਸਰ ਰਘਵੀਰ ਸਿੰਘ ਮੇਰੇ ਤੋਂ ਰੋਜ਼ ਇੱਕ ਸਫ਼ਾ ਲਿਖਾਉਂਦੇ ਸੀ ਮੇਰੀ ਲਿਖਾਈ ਨੂੰ ਸੁਧਾਰਨ ਲਈ। ਔਰ ਸ਼ਾਇਦ ਹੀ ਕਾਲਜ ਦੇ ਵਿੱਚ ਪੜ੍ਹਨ ਵਾਲੇ ਕਿਸੇ ਵਿਅਕਤੀ ਨੂੰ, ਕਿਸੇ ਵਿਦਿਆਰਥੀ ਨੂੰ ਅੱਜ ਕੱਲ੍ਹ ਕੋਈ ਅਧਿਆਪਕ ਉਹਦੀ ਲਿਖਾਈ ਸੁਧਾਰਨ ਲਈ ਇਸ ਤਰ੍ਹਾਂ ਸਫ਼ਾ ਲਿਖਾਉਂਦਾ ਹੋਵੇ ਅੱਜ ਕੱਲ੍ਹ। ਲੇਕਿਨ ਉਸ ਵੇਲੇ ਜਿਹੜਾ ਉਹ ਜਿਹੜੀ 73 74 ਦੀਆਂ ਇਹ ਗੱਲਾਂ ਨੇ BA ਪਾਰਟ 1 ਦੇ ਵਿੱਚ ਮੈਂ ਰੋਜ਼ ਘਰੋਂ ਇੱਕ ਸਫ਼ਾ ਕਾਪੀ ਤੇ ਲਿਖ ਕੇ ਲੈ ਕੇ ਆਉਂਦਾ ਸੀ ਸਿਰਫ ਆਪਣੀ ਲਿਖਾਈ ਨੂੰ ਸੁਧਾਰਨ ਵਾਸਤੇ। ਔਰ ਇਸ ਤਰ੍ਹਾਂ ਦੇ ਮਾਹੌਲ ਵਿੱਚ ਅਸੀਂ ਬੜੇ ਹੋਏ। ਤੇ ਪਹਿਲੀ ਇੱਕ ਕਵਿਤਾ ਜਿਹੜੀ ਉਹ ਛਪੀ ਦੂਜੇ ਕਾਲਜ ਮੈਗਜ਼ੀਨ ਬਾਜ਼ ਦੇ ਵਿੱਚ, ਉਹ ਵੀ ਕੁਝ ਇਸ ਤਰ੍ਹਾਂ ਦੀ ਹੈ ਸੀਗੀ। ਉਹ ਸੀ ਕਿ ਕਿਸ ਤਰ੍ਹਾਂ ਦਾ ਹੈ ਇਹ ਤੇਰਾ ਫਲਸਫਾ, ਕਿਸ ਤਰ੍ਹਾਂ ਦਾ ਹੈ ਇਹ ਮੇਰਾ ਫਲਸਫਾ, ਰੋਟੀ ਦੀ ਇੱਕ ਬੁਰਕੀ ਹੈ ਮਜਬੂਰੀ ਮੇਰੀ, ਗੋਲੀ ਇੱਕ ਬੰਦੂਕ ਦੀ ਔਕਾਤ ਹੈ ਤੇਰੀ। ਉਹ ਦੌਰ ਜਿਹੜਾ ਉਹ ਅਸਲ ਦੇ ਵਿੱਚ ਜੁਝਾਰ ਵਿਦਰੋਹੀ ਕਵਿਤਾ ਦਾ ਦੌਰ ਸੀਗਾ। ਲੋਕ ਸੰਘਰਸ਼ ਕਰ ਰਹੇ ਸੀ। ਨਕਸਲੀ ਕਵਿਤਾ ਜਿਹੜੀ ਉਹ ਮਤਲਬ ਕਾਫੀ ਮਸ਼ਹੂਰ ਸੀਗੀ ਤੇ ਉਹਦਾ ਹੀ ਸ਼ਾਇਦ ਉਹ ਪ੍ਰਤੋਹ ਸੀ ਕਿ ਮੇਰੇ ਉੱਤੇ ਉਹ ਅਸਰ ਸੀਗਾ ਉਸ ਵੇਲੇ ਦੇ ਸਮਾਜ ਦਾ। ਤੇ ਮੈਂ ਉਹ ਜੰਡਿਆਲਾ ਪਿੰਡ ਜਿਹੜਾ ਉਹ ਦੁਆਬੇ ਦੀ ਰਾਜਧਾਨੀ ਕਰਕੇ ਜਾਣਿਆ ਜਾਂਦਾ ਜੰਡਿਆਲੇ ਨੂੰ। ਤੇ ਜੰਡਿਆਲਾ ਕਿਉਂਕਿ ਬਹੁਤ ਹੀ ਜ਼ਰਖੇਜ਼ ਜ਼ਮੀਨ ਸੀਗੀ ਔਰ ਦੁਆਬੇ ਦੀ ਰਾਜਧਾਨੀ ਸੀ। ਤੇ ਦੁਆਬਾ ਅਸਲ ਦੇ ਵਿੱਚ ਕਵਿਤਾ ਦਾ ਦੇਸ਼ ਹੈ। ਦੁਆਬੇ ਦੇ ਵਿੱਚ ਬਹੁਤ ਵੱਡੇ ਕਵੀ ਪੈਦਾ ਹੋਏ ਨੇ। ਡਾਕਟਰ ਜਗਤਾਰ ਦੁਆਬੇ ਦੇ ਨੇ, ਸੁਰਜੀਤ ਪਾਤਰ ਦੁਆਬੇ ਦੇ ਨੇ, ਔਰ ਸੋਹਣ ਸਿੰਘ ਮੀਸ਼ਾ ਦੁਆਬੇ ਦੇ ਨੇ, ਮੁਨਸ਼ਾ ਸਿੰਘ ਦੁਖੀ ਦੁਆਬੇ ਦੇ ਸੀਗੇ। ਮਤਲਬ ਇਸ ਤਰ੍ਹਾਂ ਕਰਕੇ ਦੁਆਬਾ ਜਿਹੜਾ ਜਿੱਥੇ ਅੰਬਾਂ ਦਾ ਦੇਸ਼ ਸਮਝਿਆ ਜਾਂਦਾ ਉੱਥੇ ਕਵਿਤਾ ਦਾ ਦੇਸ਼ ਵੀ ਸਮਝਿਆ ਜਾਂਦਾ। ਦੁਆਬੇ ਬਾਰੇ ਬਹੁਤ ਮਸ਼ਹੂਰ ਹੈ, ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ਼ ਦੁਆਬਾ। ਇਸ ਕਰਕੇ ਜਿਹੜਾ ਅੰਬਾਂ ਤੇ ਕਵਿਤਾਵਾਂ ਦਾ ਦੇਸ਼ ਜਿਹੜਾ ਦੁਆਬਾ, ਉਹਦੇ 'ਚ ਮੈਂ ਪੈਦਾ ਹੋਇਆ ਤੇ ਕੁਦਰਤੀ ਤੌਰ ਤੇ ਕਵਿਤਾ ਮੇਰੇ ਆਲੇ ਦੁਆਲੇ ਰਹਿਣੀ ਸੀ। ਤੇ ਕਵਿਤਾ ਦੇ ਵਿੱਚ ਸਮਾਜਿਕ ਚੇਤਨਾ ਦੀ ਜਿੱਥੋਂ ਤੱਕ ਗੱਲ ਹੈ, ਮੈਂ ਜੰਡਿਆਲੇ ਦਾ ਜ਼ਿਕਰ ਕਰ ਚੁੱਕਿਆ ਕਿ ਜੰਡਿਆਲਾ ਆਜ਼ਾਦੀ ਦੇ ਸੰਘਰਸ਼ ਤੋਂ ਲੈ ਕੇ ਔਰ ਆਜ਼ਾਦੀ ਤੋਂ ਬਾਅਦ ਚੰਗੇ ਸਮਾਜ ਦੀ ਸਿਰਜਣਾ ਲਈ ਜਿਹੜੇ ਲੋਕ ਜਿਹੜੇ ਉਹ ਸਭ ਤੋਂ ਵੱਧ ਲੜੇ ਉਹ ਵੀ ਇਸੇ ਖਿੱਤੇ ਦੇ ਲੋਕ ਸੀ। ਮੇਰੇ ਪਿੰਡ ਤੋਂ 3 ਕਿਲੋਮੀਟਰ ਤੇ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਦਾ ਪਿੰਡ ਹੈ। ਮੇਰੇ ਪਿੰਡ ਤੋਂ 6 ਕਿਲੋਮੀਟਰ ਤੇ ਸਵਰਨ ਸਿੰਘ ਜਿਹੜੇ ਵਿਦੇਸ਼ ਮੰਤਰੀ ਰਹੇ ਉਹਨਾਂ ਦਾ ਪਿੰਡ ਹੈ। ਮੇਰੇ ਆਪਣੇ ਪਿੰਡ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਰਹੇ ਨੇ ਤੇ ਡਾਕਟਰ SS ਜੌਲ ਜਿਹੜੇ ਵਾਈਸ ਚਾਂਸਲਰ ਰਹੇ ਨੇ। ਇਹ ਸਾਰੇ ਲੋਕ ਜੰਡਿਆਲੇ ਤੇ ਉਹਦੇ ਆਸ-ਪਾਸ ਦੇ ਲੋਕ ਸੀਗੇ। ਇਸ ਕਰਕੇ ਉਸ ਜਰਖੇਜ਼ ਧਰਤੀ ਨੇ ਮੈਨੂੰ ਬਹੁਤ ਕੁਝ ਦਿੱਤਾ ਤੇ ਮੈਂ ਇਹ ਸਮਝਦਾ ਕਿ ਹੁਣ ਅੱਗੇ ਸਮਾਜ ਨੂੰ ਜਿਹੜਾ ਉਹ ਕੋਈ ਚੰਗਾ ਸਮਾਜ ਸਿਰਜਣ ਦੀ ਇੱਕ ਭਾਵਨਾ ਲੈ ਕੇ ਮੈਂ ਵੀ ਜਿਹੜਾ ਉਹ ਵਿਚਰਨ ਦਾ ਯਤਨ ਕਰਦਾ ਰਹਿਣਾ, ਸੁਚੇਤ ਪੱਧਰ ਤੇ ਵੀ। ਭਾਵੇਂ ਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਅਚੇਤ ਤੌਰ ਤੇ ਜਿਸ ਤਰ੍ਹਾਂ ਲੋਕ ਵਿਚਰਦੇ ਨੇ ਕਿ ਜ਼ਰੂਰੀ ਨਹੀਂ ਹੁੰਦਾ ਕਿ ਉਹ ਸਮਾਜ ਦੀ ਬਿਹਤਰੀ ਵਿੱਚ ਕੋਈ ਆਪਣਾ ਯੋਗਦਾਨ ਪਾ ਰਹੇ ਹੋਣ, ਪਰ ਜਦੋਂ ਉਹ ਸੁਚੇਤ ਹੋ ਕੇ ਯਤਨ ਪਾਉਂਦੇ ਨੇ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਵਡਮੁੱਲਾ ਯੋਗਦਾਨ ਹੁੰਦਾ। ਕਿਉਂਕਿ ਆਪਾਂ ਇਹ ਸਾਰੇ ਸਮਝਦੇ ਹਾਂ ਕਿ ਸਰਕਾਰਾਂ ਕਿਵੇਂ ਬਣਦੀਆਂ, ਸਰਕਾਰਾਂ ਕਿਵੇਂ ਲੱਥਦੀਆਂ, ਇਹ ਸ਼ਾਇਦ ਇੰਨਾ ਮਹੱਤਵਪੂਰਨ ਨਹੀਂ ਹੁੰਦਾ, ਲੇਕਿਨ ਵਿਅਕਤੀ ਦੀ ਸੋਚ ਕਿਵੇਂ ਬਣਦੀ ਹੈ ਇਹ ਜ਼ਿਆਦਾ ਮਹੱਤਵਪੂਰਨ ਗੱਲ ਹੁੰਦੀ ਹੈ। ਤੇ ਵਿਅਕਤੀ ਦੀ ਸੋਚ, ਜਿਵੇਂ ਆਪਾਂ ਇੱਕ ਸਮਾਗਮ ਤੇ ਹੁਣ ਇਕੱਠੇ ਹੋਏ ਹਾਂ, ਵਿੱਚ ਉਸ ਸਮਾਗਮ ਦੀਆਂ ਜਿਵੇਂ ਆਵਾਜ਼ਾਂ ਵੀ ਆ ਰਹੀਆਂ ਤੇ ਆਪਾਂ ਉਸੇ ਸਮਾਗਮ ਦੇ ਬਾਹਰਲੇ ਹਿੱਸੇ ਦੇ ਵਿੱਚ ਰਿਕਾਰਡਿੰਗ ਕਰ ਰਹੇ ਹਾਂ, ਅਜੇ ਵੀ ਉਹ ਆਵਾਜ਼ ਜਿਹੜੀ ਉਹ ਗੂੰਜਦੀ ਆ ਉਸ ਸਮਾਗਮ ਦੀ। ਲੇਕਿਨ ਉਹ ਸਮਾਗਮ ਵੀ ਇੱਕ ਕਿਤਾਬ ਦੇ ਵਿਮੋਚਨ ਦਾ ਸਮਾਗਮ ਸੀਗਾ ਤੇ ਕਿਤਾਬ ਦਾ ਵਿਮੋਚਨ ਜਦੋਂ ਤੁਸੀਂ ਕਰਨ ਲਈ ਆਉਂਦੇ ਹੋ ਤੇ ਕਿਤਾਬਾਂ ਨਾਲ ਤੁਹਾਡਾ ਸੰਬੰਧ ਜਿਹੜਾ ਉਹ ਅਸਲ ਦੇ ਵਿੱਚ ਗਹਿਰਾ ਹੁੰਦਾ ਹੈ। ਤੇ ਕਿਤਾਬ ਨਾਲ ਸੰਬੰਧ ਰੱਖਣਾ, ਕਿਉਂਕਿ ਅਸੀਂ ਸਾਰੇ ਲੋਕ ਜਿਹੜੇ ਆ ਪੰਜਾਬ ਦੇ ਲੋਕ ਉਹ ਸ਼ਬਦ ਸੰਸਕ੍ਰਿਤੀ ਦੇ ਲੋਕ ਨੇ, ਕਿਉਂਕਿ ਸਾਡਾ ਵਿਰਸਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਸ਼ਬਦ ਗੁਰੂ ਦਾ ਵਿਰਸਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ਼ਬਦ ਗੁਰੂ ਦਾ ਦਰਜਾ ਦਿੱਤਾ ਸੀ ਔਰ ਉਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਗੁਰੂ ਨੂੰ ਸਭ ਤੋਂ ਉੱਤਮ ਮੰਨਿਆ ਸੀ। ਅਸੀਂ ਉਸ ਵਿਰਾਸਤ ਵਿੱਚੋਂ ਆਏ ਹੋਏ ਲੋਕ ਆ ਜਿਹੜੇ ਹਮੇਸ਼ਾ ਸ਼ਬਦਾਂ ਨਾਲ ਵਾਬਸਤਾ ਰਹਿੰਦੇ ਆ ਤੇ ਸ਼ਬਦ ਤੋਂ ਅਗਵਾਈ ਲੈਣੀ, ਸ਼ਬਦਾਂ ਨਾਲ ਅੱਗੇ ਵਧਣਾ, ਇਹ ਸਾਡੇ ਲਈ ਹੋਰ ਕੋਈ ਵੱਡਾ ਸਰਮਾਇਆ ਸਾਡੀ ਜ਼ਿੰਦਗੀ 'ਚ ਨਹੀਂ ਹੁੰਦਾ, ਖਾਸ ਤੌਰ ਤੇ ਮੇਰੀ ਜ਼ਿੰਦਗੀ 'ਚ ਨਹੀਂ ਹੁੰਦਾ। ਸਭ ਤੋਂ ਵੱਡਾ ਸਰਮਾਇਆ ਜਿਹੜਾ ਉਹ ਸ਼ਬਦਾਂ ਦਾ ਸਰਮਾਇਆ ਹੁੰਦਾ ਤੇ ਸ਼ਬਦ ਜਿਹੜੇ ਉਹ ਅਸੀਂ ਬੋਲਦੇ ਵੀ ਸ਼ਬਦ ਆ, ਅਸੀਂ ਲਿਖਦੇ ਵੀ ਸ਼ਬਦ ਆ, ਅਸੀਂ ਪੜ੍ਹਦੇ ਵੀ ਸ਼ਬਦ ਆ ਤੇ ਸ਼ਬਦਾਂ ਦੀ ਦੁਨੀਆ ਦੇ ਵਿੱਚ ਵਿਚਰਨਾ ਬਹੁਤ ਹੀ ਮੁੱਲਵਾਨ ਕਾਰਜ ਹੁੰਦਾ ਹੈ। ਇਸ ਕਰਕੇ ਜਿਹੜਾ ਉਹ ਸ਼ਬਦ ਤੋਂ ਅੱਗੇ ਹੋਰ ਕੋਈ ਜਿਹੜੀ ਉਹ ਦੁਨੀਆ ਨਹੀਂ ਹੁੰਦੀ ਅਸਲ ਦੇ ਵਿੱਚ, ਕਿ ਜਾਂ ਕਹਿ ਲਓ ਕਿ ਸਾਰੀ ਦੁਨੀਆ ਦਾ ਨਿਚੋੜ ਸ਼ਬਦਾਂ ਨਾਲ ਹੀ ਸਾਨੂੰ ਪ੍ਰਾਪਤ ਹੁੰਦਾ ਤੇ ਸ਼ਬਦ ਹੀ ਸਾਡੀ ਸਾਧਨਾ ਹੁੰਦੇ ਆ ਤੇ ਸ਼ਬਦ ਹੀ ਸਾਡਾ ਸਰਮਾਇਆ ਹੁੰਦਾ ਹੈ। ਸਰ, ਤੁਸੀਂ ਕਾਫੀ ਮਿਹਨਤ ਕੀਤੀ ਹੈ, ਕਿਉਂਕਿ ਇਨਸਾਨ ਆਪਣੀ ਨਾਮ ਬਣਾਉਣ ਪਿੱਛੇ ਬਹੁਤ ਮਿਹਨਤ ਕਰਦਾ ਹੈ। ਸੰਘਰਸ਼ ਦੀ ਮੈਂ ਗੱਲ ਕਰਾਂ, ਬਹੁਤ ਲੰਮੇਰਾ ਸੰਘਰਸ਼ ਹੈ। ਤੁਸੀਂ ਕਿਹਨਾਂ ਨੂੰ ਪੜ੍ਹਿਆ, ਕਿਹਨਾਂ ਤੋਂ ਤੁਸੀਂ ਪ੍ਰੇਰਿਤ ਹੋਏ ਜਦੋਂ ਤੁਸੀਂ ਲਿਖਣੀ ਸ਼ੁਰੂ ਕੀਤੀ ਸੀ?
ਦੇਖੋ ਗੱਲ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਮੇਰੇ ਆਲੇ ਦੁਆਲੇ ਦਾ ਮਾਹੌਲ ਇਸ ਤਰ੍ਹਾਂ ਦਾ ਸੀ ਜਿਹੜਾ ਦੇਸ਼ ਦੀ ਮਤਲਬ ਆਜ਼ਾਦੀ ਵਿੱਚ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲਿਆਂ ਦੀ ਵਿਰਾਸਤ ਦਾ ਜਿਹੜਾ ਉਹ ਐਟਮੋਸਫੀਅਰ ਸੀ। ਔਰ ਉਸ ਵੇਲੇ ਜਿਹੜੇ ਲੋਕ ਲੜ ਰਹੇ ਸੀਗੇ ਜਿਹਦੇ ਵਿੱਚ ਮਤਲਬ ਬਹੁਤ ਸਾਰੀਆਂ ਮੈਂ ਮਤਲਬ ਮੈਨੂੰ ਇਹ ਕਹਿਣ 'ਚ ਕੋਈ ਸੰਕੋਚ ਨਹੀਂ ਹੈਗਾ ਕਿ ਮੈਂ ਆਪਣੀ ਸਟੂਡੈਂਟ ਲਾਈਫ ਦੇ ਵਿੱਚ ਜਿਹੜਾ ਉਹ ਸਟੂਡੈਂਟਸ ਜਿਹੜੀ ਉਸ ਵੇਲੇ ਦੀ ਜਿਹੜੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਸੀ ਉਹਦਾ ਮੈਂ ਬਹੁਤ ਸਰਗਰਮ ਕਾਰਕੁਨ ਸੀਗਾ ਸਟੇਟ ਲੈਵਲ ਦਾ। ਔਰ ਮੈਂ ਜਿਹੜਾ ਉਸ ਵੇਲੇ ਜਦੋਂ 1972 ਦੇ ਵਿੱਚ ਮੋਗਾ ਗੋਲੀकांड ਹੋਇਆ ਸੀ ਵਿਦਿਆਰਥੀਆਂ ਦੀ ਬਹੁਤ ਲੰਬੀ ਐਜੀਟੇਸ਼ਨ ਚੱਲੀ ਸੀ। ਉਸ ਐਜੀਟੇਸ਼ਨ ਦੇ ਵਿੱਚ ਵੀ ਮੈਂ ਜਿਹੜਾ 19 ਦਿਨ ਜੇਲ੍ਹ ਕੱਟੀ ਸੀ ਉਸ ਵੇਲੇ ਕਿਉਂਕਿ ਮੈਂ ਜਿਹੜਾ ਉਹ ਅਸੀਂ ਕਿਉਂਕਿ ਕਾਲਜਸ ਦੇ ਵਿੱਚ ਸਟ੍ਰਾਈਕਾਂ ਕਰਵਾਉਂਦੇ ਸੀ, ਅਸੀਂ ਇਸ਼ਤਿਹਾਰ ਲਗਾਉਂਦੇ ਸੀ, ਅਸੀਂ ਜਿਹੜਾ ਉਹ ਮੋਗੇ ਦੇ ਵਿੱਚ ਮਾਰੇ ਗਏ ਵਿਦਿਆਰਥੀਆਂ ਦੇ ਕਾਤਲਾਂ ਨੂੰ ਫੜਨ ਲਈ ਜਿਹੜਾ ਉਹ ਸੰਘਰਸ਼ ਕਰ ਰਹੇ ਸੀ। ਤੇ ਇਸ ਕਰਕੇ ਉਹ ਜਿਹੜਾ ਦੌਰ ਸੀਗਾ ਉਹ ਇੱਕ ਮਤਲਬ ਜਿਹਨੂੰ ਅਸੀਂ ਗਰਮ ਵਿਚਾਰਾਂ ਦਾ ਦੌਰ ਕਹਿੰਦੇ ਹਾਂ, ਮੈਂ ਉਸ ਦੌਰ ਦੀ ਪੈਦਾਵਾਰ ਹਾਂ। ਤੇ ਉਹਦੇ ਵਿੱਚ ਫਿਰ ਕੁਦਰਤੀ ਤੌਰ ਤੇ ਜਿਹੜਾ ਉਸ ਵੇਲੇ ਕਿਉਂਕਿ 1917 ਚ ਜੋ ਰਸ਼ੀਅਨ ਇਨਕਲਾਬ ਆਇਆ ਉਸ ਤੋਂ ਬਾਅਦ ਜੋ ਸੋਵੀਅਤ ਯੂਨੀਅਨ ਦਾ ਸਾਰਾ ਬਲੌਕ ਸੀ ਅਮਰੀਕਾ ਵਰਸਸ ਸੋਵੀਅਤ ਯੂਨੀਅਨ ਤੇ ਜੋ ਸੋਵੀਅਤ ਲਿਟਰੇਚਰ ਸੀਗਾ ਉਹ ਵੱਧ ਤੋਂ ਵੱਧ ਅਨੁਵਾਦ ਹੋ ਕੇ ਪੰਜਾਬ ਦੇ ਵਿੱਚ ਜਿਹੜਾ ਉਹਦਾ ਪਸਾਰ ਹੋ ਰਿਹਾ ਸੀ। ਤੇ ਮੈਂ ਸ਼ਾਇਦ ਕੋਈ ਕਿਤਾਬ ਇਹੋ ਜੀ ਹੋਵੇ ਰਸ਼ੀਅਨ ਲਿਟਰੇਚਰ ਦੀ ਜਿਹੜੀ ਪੰਜਾਬੀ 'ਚ ਟਰਾਂਸਲੇਟ ਹੋਈ ਹੋਵੇ ਤੇ ਮੈਂ ਨਾ ਪੜ੍ਹੀ ਹੋਵੇ, ਜਿਹਦੇ ਵਿੱਚ ਟੋਲਸਟਾਏ ਵੀ ਹੈ, ਜਿਹਦੇ 'ਚ ਦਾਸਤੋਵਸਕੀ ਵੀ ਹੈ, ਜਿਹਦੇ 'ਚ ਪੁਸ਼ਕਿਨ ਵੀ ਹੈ, ਜਿਹਦੇ ਵਿੱਚ ਗੋਰਕੀ ਵੀ ਹੈ। ਮਤਲਬ ਇਹ ਸਾਰੇ ਆਥਰ ਜਿਹੜੇ ਉਸ ਵੇਲੇ ਦੇ ਵੱਡੇ ਆਥਰ ਮੰਨੇ ਜਾਂਦੇ ਸੀ। ਸ਼ੋਲੋਕੋਵ ਵੀ ਹੈ ਜਿਹਨੂੰ ਉਸ ਵੇਲੇ ਜਿਹੜਾ ਉਹ ਨੋਬਲ ਪ੍ਰਾਈਜ਼ ਵੀ ਮਿਲਿਆ ਸੀਗਾ, ਉਹਦਾ ਡਾਨ ਬੈਂਦਰ ਆ ਪੰਜਾਬੀ 'ਚ 4 ਵੋਲੀਅਮ ਵਿੱਚ ਟਰਾਂਸਲੇਟ ਹੋਇਆ ਸੀਗਾ। ਉਹ 4 ਵੋਲੀਅਮ ਜਿਹੜੇ 6-6 700 ਸਫ਼ੇ ਦੇ ਆ ਉਹ ਵੀ ਉਹਨਾਂ ਦਿਨਾਂ ਦੇ ਵਿੱਚ ਅਸੀਂ ਸਾਰਾ ਪੜ੍ਹਿਆ। ਇਸ ਤਰ੍ਹਾਂ ਦਾ ਕੁਝ ਜਿਹੜਾ ਉਹ ਬੇਸਿਕ ਤੌਰ ਤੇ ਸਾਡੇ ਦਿਮਾਗਾਂ 'ਚ ਇਹ ਚੀਜ਼ ਵਸ ਗਈ ਸੀਗੀ ਉਸ ਲਿਟਰੇਚਰ ਦੇ ਵਿੱਚੋਂ। ਤੇ ਫਿਰ ਜਿਹੜਾ ਉਹ ਦੁਨੀਆ ਭਰ ਦਾ ਹੋਰ ਲਿਟਰੇਚਰ ਜਿਹਦੇ 'ਚ ਪਰਲਿਸ ਬਕ ਹੈ, ਸਮਰਸੈਟ ਮਾਮ ਹੈ, ਇਹ ਸਾਰੇ ਲੋਕ ਜਿਹੜੇ ਆ ਅਸੀਂ ਉਸ ਵੇਲੇ ਪੜ੍ਹ ਲਏ ਸੀਗੇ। ਤੇ ਜਦੋਂ ਅਸੀਂ ਉਸ ਵੇਲੇ ਪੜ੍ਹ ਲਏ ਤੇ ਉਸ ਤੋਂ ਬਾਅਦ ਮੈਂ ਆਪਣੀ ਪੜ੍ਹਾਈ ਤੋਂ ਬਾਅਦ ਮੈਂ ਨਵਾਂ ਜ਼ਮਾਨਾ ਅਖਬਾਰ 'ਚ ਸਬ ਐਡੀਟਰ ਬਣ ਗਿਆ। ਤੇ ਜਦੋਂ ਮੈਂ ਸਬ ਐਡੀਟਰ ਬਣਿਆ ਤੇ ਮੈਂ ਮੈਗਜ਼ੀਨ ਸੈਕਸ਼ਨ ਬਣਾਉਂਦਾ ਸੀ ਉਸ ਵੇਲੇ ਨਵਾਂ ਜ਼ਮਾਨਾ ਦਾ। ਇਹ ਗੱਲ ਮਤਲਬ 75 ਤੋਂ ਲੈ ਕੇ 84 ਤੱਕ ਦੀ 7 ਸਾਲ ਨਵਾਂ ਜ਼ਮਾਨਾ ਦੀ ਟੇਬਲ ਤੇ ਕੰਮ ਕੀਤਾ। ਤੇ ਮੈਂ ਉਸ ਵੇਲੇ ਫਰੈਂਚ ਕਾਫਕਾ ਤੇ ਜਿਹੜਾ ਉਹ ਕਾਮੂ ਅਲਬਰਟ ਕਾਮੂ ਇਹਨਾਂ ਦੇ ਅੰਕ ਕੱਢੇ, ਹਿਮਿੰਗਵੇ ਇਹਨਾਂ ਦੇ ਅੰਕ ਮੈਂ ਨਵਾਂ ਜ਼ਮਾਨਾ ਦੇ ਅੰਕ ਕੱਢ ਦਿੱਤੇ ਸੀ। ਇਹਨਾਂ ਦੇ ਜਿਹੜੇ ਸੰਸਾਰ ਪ੍ਰਸਿੱਧ ਉਸ ਵੇਲੇ ਦੇ ਲੇਖਕ ਸੀਗੇ। ਇਸ ਕਰਕੇ ਤੇ ਉਸ ਵੇਲੇ ਸਾਰਿਕਾ ਹਿੰਦੀ ਮੈਗਜ਼ੀਨ ਦਾ ਜਿਹੜਾ ਉਹ ਕਮਲੇਸ਼ਵਰ ਉਸ ਵੇਲੇ ਐਡੀਟਰ ਸੀਗੇ ਹਿੰਦੀ ਮੈਗਜ਼ੀਨ ਦੇ, ਤੇ ਉਹਨਾਂ ਨੇ ਵੀ ਇਹ ਅੰਕ ਕੱਢੇ ਸੀ। ਮੈਂ ਉਹਦੇ 'ਚੋਂ ਟਰਾਂਸਲੇਟ ਕਰਕੇ ਅੱਗੇ ਨਵਾਂ ਜ਼ਮਾਨਾ ਛਾਪਦਾ ਸੀ। ਮਤਲਬ ਇਸ ਤਰ੍ਹਾਂ ਨਾਲ ਲਿਟਰੇਚਰ ਨਾਲ ਮੇਰਾ ਬਹੁਤ ਗਹਿਰਾ ਸੰਬੰਧ ਰਿਹਾ, ਹਿੰਦੀ ਲਿਟਰੇਚਰ ਨਾਲ ਵੀ, ਅੰਗਰੇਜ਼ੀ ਲਿਟਰੇਚਰ ਨਾਲ ਵੀ, ਔਰ ਰਸ਼ੀਆ 'ਚੋਂ ਟਰਾਂਸਲੇਟ ਹੋ ਕੇ ਪੰਜਾਬੀ 'ਚ ਆਏ ਲਿਟਰੇਚਰ ਨਾਲ ਵੀ। ਕੁਝ ਇਸ ਤਰ੍ਹਾਂ ਦੀ ਵਿਰਾਸਤ ਹੈ ਮੇਰੇ ਮਤਲਬ ਦਿਮਾਗ ਦੇ ਵਿੱਚ। ਉਹਦੇ ਵਿੱਚੋਂ ਮੈਂ ਅੱਜ ਉਹਦਾ ਕਿਸ ਤਰ੍ਹਾਂ ਦਾ ਜਿਹੜਾ ਉਹ ਸ਼ਬਦਕ ਪਰਤੋਅ ਜਿਹੜਾ ਕਿਸ ਤਰ੍ਹਾਂ ਦਾ ਕਰਕੇ ਦੇ ਸਕਦਾ ਇਹਦਾ ਮੈਨੂੰ ਪਤਾ ਤਾਂ ਨਹੀਂ ਹੈ, ਲੇਕਿਨ ਮੇਰੇ 'ਚ ਉਸ ਤਰ੍ਹਾਂ ਦੀ ਭਾਵਨਾ ਜਿਹੜੀ ਆ ਉਹ ਹਮੇਸ਼ਾ ਰਹਿੰਦੀ ਹੈ ਕਿ ਸਮਾਜ ਨੂੰ ਕੁਛ ਨਾ ਕੁਛ ਕੀਤਾ ਜਾਏ, ਲਿਖਿਆ ਜਾਏ, ਸਮਾਜ ਦੇ ਵਿੱਚ ਸਮਾਜ ਨੂੰ ਚੰਗਾ ਬਣਾਉਣ ਦੇ ਲਈ ਆਪਣਾ ਕੋਈ ਯੋਗਦਾਨ ਪਾਇਆ ਜਾਏ। ਸਰ, ਸਮਾਜ ਨੂੰ ਚੰਗਾ ਬਣਾਉਣ ਲਈ ਤੇ ਅੱਜ ਦੀ ਨਵੀਂ ਯੁਵਾ ਪੀੜ੍ਹੀ ਨੂੰ ਸੇਧ ਦੇਣ ਲਈ ਕਿਹੜੀ ਤੁਸੀਂ ਨਵੀਂ ਚੀਜ਼ ਪ੍ਰੈਜ਼ੈਂਟ ਕਰ ਰਹੇ ਹੋ? ਦੇਖੋ ਗੱਲ ਇਹ ਹੈ ਕਿ ਮੈਂ ਇੱਕ ਤਾਂ ਪਿਛਲੇ ਕੁਝ ਹੀ ਸਾਲ ਪਹਿਲਾਂ ਮੇਰੀ ਇੱਕ ਕਿਤਾਬ ਛਪੀ ਹੈ, ਇੱਕ ਸੁਪਨਾ ਇੱਕ ਸੰਵਾਦ, ਜਿਹੜੀ ਅਸਲ 'ਚ ਸ਼ਹੀਦ ਭਗਤ ਸਿੰਘ ਤੇ ਮਹਾਤਮਾ ਗਾਂਧੀ ਦੇ ਕਾਲਪਨਿਕ ਸੰਵਾਦ ਨੇ। ਉਹ ਕਿਤਾਬ ਮੈਂ ਬੇਸਿਕਲੀ ਪੰਜਾਬੀ ਵਿੱਚ ਲਿਖੀ ਸੀ, ਲੇਕਿਨ ਉਹਦਾ ਜਿਹੜਾ ਉਹ ਅੰਗਰੇਜ਼ੀ ਔਰ ਹਿੰਦੀ ਤਰਜਮਾ ਵੀ ਹੋਇਆ। ਔਰ ਉਸ ਕਿਤਾਬ ਦੀ ਇੱਕ ਹੋਰ ਖਾਸੀਅਤ ਹੈ ਕਿ ਉਹਦੇ ਉੱਪਰ, ਕਿਉਂਕਿ ਇੱਕ ਸੁਪਨਾ ਇੱਕ ਸੰਵਾਦ ਸੀ, ਉਹਦੇ ਉੱਪਰ ਨਾਟਕ ਵੀ ਖੇਡੇ ਗਏ। ਕੇਵਲ ਧਾਲੀਵਾਲ ਨੇ ਅੰਮ੍ਰਿਤਸਰ 'ਚ ਉਹਦੇ ਉੱਪਰ ਮੇਰੀ ਕਿਤਾਬ ਦੇ ਉਹਨਾਂ ਡਾਇਲੌਗਸ ਨੂੰ ਬਣਾ ਕੇ ਇੱਕ ਨਾਟਕ ਖੇਡਿਆ, ਜਿਹੜੀ ਉਸ ਵੇਲੇ ਜਿਹੜਾ ਕਾਨ ਸਿੰਘ ਪੰਨੂ DC ਸੀਗੇ ਅੰਮ੍ਰਿਤਸਰ ਦੇ, ਉਹਨਾਂ ਦਾ ਮੈਨੂੰ ਸਪੈਸ਼ਲੀ ਜਿਹੜਾ ਉਹ ਬਾਅਦ ਦੇ ਵਿੱਚ ਮੈਨੂੰ ਚਿੱਠੀ ਵੀ ਆਈ, ਉਹਨਾਂ ਨੇ ਮੈਨੂੰ ਬਕਾਇਦਾ ਕਿਹਾ। ਫਿਰ ਉਹ ਮਿਲੇ ਤਾਂ ਵੀ ਕਿਹਾ ਕਿ ਯਾਰ ਮੈਂ ਤੁਹਾਡਾ ਨਾਟਕ ਦੇਖਿਆ, ਉਹ ਬੜਾ ਹੀ ਖੂਬਸੂਰਤ ਲਿਖਿਆ ਹੋਇਆ ਤੁਸੀਂ। ਇਸ ਤੋਂ ਬਿਨਾਂ ਗੁਰਚਰਨ ਚੰਨੀ ਇੱਕ ਥੀਏਟਰਿਸਟ ਸਾਡੇ ਹੋਏ ਨੇ, ਹੁਣ ਤਾਂ ਉਹ ਇਸ ਦੁਨੀਆ 'ਚ ਨਹੀਂ ਹੈਗੇ, ਕੁਝ ਪਿਛਲੇ ਕਰੋਨਾ ਕਾਲ 'ਚ ਉਹਨਾਂ ਦੀ ਜਿਹੜੀ ਉਹ ਡੈਥ ਹੋ ਗਈ। ਉਹਨਾਂ ਨੇ ਮੇਰੇ ਤੋਂ ਪਰਮਿਸ਼ਨ ਲੈ ਕੇ ਜਿਹੜਾ ਉਹ ਇੰਡੀਅਨ ਥੀਏਟਰ ਫੈਸਟੀਵਲ ਕਲਕੱਤਾ 'ਚ ਹੋਇਆ ਸੀਗਾ, ਔਰ ਉਸ ਵੇਲੇ ਉਹਨਾਂ ਨੇ ਕਲਕੱਤੇ ਉਹਦੇ ਕੁਝ ਪੋਰਸ਼ਨ ਜਿਹੜੇ ਆ ਉਸ ਕਿਤਾਬ ਦੇ ਵਿੱਚੋਂ ਖੇਡੇ। ਇਸ ਤੋਂ ਬਿਨਾਂ ਇੱਕ ਰੇਡੀਓ ਨਾਟਕ ਡਾਕਟਰ ਸਤੀਸ਼ ਵਰਮਾ ਨੇ ਲਿਖਿਆ ਸੀ ਪਟਿਆਲਾ ਰੇਡੀਓ ਲਈ, ਉਹਦੇ ਵਿੱਚ ਵੀ ਉਸ ਕਿਤਾਬ ਦੇ ਵਿੱਚੋਂ ਕੁਝ ਹਿੱਸੇ ਉਹਨਾਂ ਨੇ ਲੈ ਕੇ ਲਿਖੇ ਸੀ। ਇਸ ਕਰਕੇ ਉਹ ਕਿਤਾਬ ਮੇਰੀ ਕਾਫੀ ਜਿਹੜੀ ਹੈ ਉਹ ਚੱਲੀ। ਉਹਦੇ ਵਿੱਚ ਇਹ ਆ ਕਿ ਅਸਲ ਦੇ ਵਿੱਚ ਕਿ ਜੇ ਅੱਜ ਹੁੰਦੇ ਮਤਲਬ ਸ਼ਹੀਦ ਭਗਤ ਸਿੰਘ ਤੇ ਮਹਾਤਮਾ ਗਾਂਧੀ ਜੇ ਅੱਜ ਜਿਉਂਦੇ ਹੁੰਦੇ ਤੇ ਉਹ ਅੱਜ ਦੇ ਹਾਲਾਤ ਬਾਰੇ ਕਿਸ ਤਰ੍ਹਾਂ ਸੋਚਦੇ, ਇਹਦਾ ਮੈਂ ਕਾਲਪਨਿਕ ਬਿਆਨ ਕੀਤਾ ਹੋਇਆ ਕਿ ਉਹ ਆਪੋ ਵਿੱਚ ਗੱਲਾਂ ਕਰਦੇ ਆ ਤੇ ਫਿਰ
ਉਹਦੇ ਵਿੱਚ ਮੈਂ ਇਹ ਲਿਖਿਆ ਸੀ ਕਿ ਭਗਤ ਸਿੰਘ ਜਿਹੜਾ ਉਹ ਖਟਕੜ ਕਲਾਂ ਵਾਲੇ ਆਪਣੇ ਮਿਊਜ਼ੀਅਮ 'ਚ ਆ ਜਾਂਦਾ ਤੇ ਮਿਊਜ਼ੀਅਮ ਦੇਖ ਕੇ ਉਹ ਕੀ ਸੋਚਦਾ, ਇਹ ਮੈਂ ਸੰਵਾਦ ਲਿਖੇ ਹੋਏ ਨੇ। ਫਿਰ ਉਹ ਸੈਣੀ ਵਾਲਾ ਚਲੇ ਜਾਂਦੇ ਆ, ਭਗਤ ਸਿੰਘ, ਰਾਜਗੁਰੂ, ਸੁਖਦੇਵ ਤਿੰਨੋਂ ਜਿਹੜੇ ਆ ਉਹ ਫਿਰ ਉਹ ਕਸੂਰ ਵਾਲੀ ਸੜਕ ਦੇ ਉੱਤੇ ਟਹਿਲਦੇ ਆ ਤੇ ਉਹ ਫਿਰ ਪਾਕਿਸਤਾਨ ਵਾਲੇ ਪਾਸੇ ਨੂੰ ਜਾ ਰਹੇ ਆ ਤੇ ਫਿਰ ਕੀ ਸੋਚਦੇ ਆ ਕਿ ਅਸੀਂ ਕੀ ਸੋਚਿਆ ਸੀ ਤੇ ਇਹ ਕੀ ਬਣ ਗਿਆ। ਮਤਲਬ ਇਸ ਤਰ੍ਹਾਂ ਦੀ ਉਹ ਆਪਣੇ ਆਪ ਦੇ ਵਿੱਚ ਇੱਕ ਮਤਲਬ ਮੈਂ ਆਪਣੇ ਮੂੰਹੋਂ ਤਾਂ ਨਹੀਂ ਕਹਿੰਦਾ, ਪਰ ਜਦੋਂ ਕੇਵਲ ਧਾਲੀਵਾਲ, ਗੁਰਚਰਨ ਚੰਨੀ ਜਾਂ ਮਤਲਬ ਕਾਹਨ ਸਿੰਘ ਪੰਨੂ ਵਰਗੇ ਲੋਕ ਤੁਹਾਡੀ ਸਿਫਤ ਕਰਦੇ ਆ ਉਸ ਕਿਤਾਬ ਕਰਕੇ, ਫਿਰ ਮੈਨੂੰ ਲੱਗਦਾ ਕਿ ਉਹ ਕੰਮ ਚੰਗਾ ਹੋ ਗਿਆ ਸੀ। ਸੋ ਅੱਜ ਸਾਡੇ ਨਾਲ ਸਨ ਜੀ ਸਿਰਮੌਰ ਕਲਮ ਦੇ ਮਾਲਕ ਸਰਦਾਰ ਲਖਵਿੰਦਰ ਸਿੰਘ ਜੋਲ, ਜਿਨ੍ਹਾਂ ਨੇ ਬਹੁਤ ਗੂੜੀਆਂ ਗੱਲਾਂ ਦਾ ਵੇਰਵਾ ਕੀਤਾ। ਤੁਹਾਨੂੰ ਇਹ ਗੱਲਾਂ ਕਿਵੇਂ ਲੱਗੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਸਪੈਸ਼ਲ ਥੈਂਕਸ ਕਰਦੇ ਹਾਂ ਜੀ ਇੰਨਾ ਸਮਾਂ ਦੇ ਲਈ। ਬਹੁਤ ਬਹੁਤ ਧੰਨਵਾਦ। ਤੁਹਾਡਾ ਆਪਣਾ ਸੇਂਟ ਸੋਲ ਦ ਟਾਈਮਜ਼ ਫੇਸਬੁੱਕ ਔਰ YouTube ਤੇ।